अस्सलाम वालेकुम दोस्तों, मैं डॉक्टर लाला एक दफ़ा फिर ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਕੁਛ ਦੇਰ ਪਹਿਲੇ ਮੈਨੂੰ ਇੱਕ ਮੇਰੇ ਦੋਸਤ ਉਹਦਾ फ़ोन ਆਇਆ। ਉਹਨੇ ਮੈਨੂੰ ਮੇਰੇ ਨਾਲ ਆਪਣਾ ਮਸਲਾ ਸ਼ੇਅਰ ਕੀਤਾ। ਉਹਦੇ ਬੱਚਿਆਂ ਨੂੰ ਚਿਚੜਾ ਦਾ ਬਹੁਤ ਮਸਲਾ ਸੀ। ਚਿਚੜੀ ਜਿਹਨੂੰ ਇੰਗਲਿਸ਼ 'ਚ ਟਿਕਸ ਕਹਿੰਦੇ ਨੇ, ਉਹ ਬਹੁਤ ਜ਼ਿਆਦਾ ਮਸਲਾ ਹੈ। ਕਹਿ ਰਿਹਾ ਮੈਂ ਬੜੀ ਇਹਦੇ ਵਾਸਤੇ ਅਦਵੀਆਤ ਜਿਹੜੀਆਂ ਨੇ ਦਵਾਈਆਂ ਯੂਜ਼ ਕੀਤੀਆਂ, ਲੇਕਿਨ ਮੈਨੂੰ ਕੋਈ ਖਾਤਰ ਖਵਾ ਫਾਇਦਾ ਨਹੀਂ ਹੋਇਆ। ਅਤੇ ਮੈਂ ਉਹਨੂੰ ਵੀ ਅੱਛੀ ਤਰ੍ਹਾਂ फ़ੋਨ 'ਤੇ ਗਾਈਡ ਕੀਤਾ। ਉਸ ਤੋਂ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਇਸ 'ਤੇ ਇੱਕ ਵੀਡੀਓ ਬਣਾ ਕੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕੀਤੀ ਜਾ ਸਕੇ, ਤਾਂ ਕਿ ਮੇਰੇ ਕਿਸੇ ਹੋਰ ਵੀ ਭੈਣ ਭਰਾ ਨੂੰ ਅਗਰ ਇਸ ਕਿਸਮ ਦਾ ਕੋਈ ਮਸਲਾ ਹੈ ਤਾਂ ਉਹਦਾ ਹੱਲ ਕੀਤਾ ਜਾ ਸਕੇ। ਚੀਚੜ ਇੱਕ ਬਹੁਤ ਖਤਰਨਾਕ ਕਿਸਮ ਦੀ ਇੱਕ ਸਪਾਈਸ ਪਾਈ ਜਾਂਦੀ ਹੈ, ਜਿਹੜੀ ਕਿ ਜਾਨਵਰ ਨੂੰ ਬਹੁਤ ਤਰ੍ਹਾਂ ਡਿਸਟਰਬ ਕਰਦੀ ਹੈ। ਜਾਨਵਰ ਨੂੰ ਬਹੁਤ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਈਵਨ ਕਿ ਜਾਨਵਰ ਨੂੰ ਰਤ ਮੂਤਰਾ ਵੀ ਇਸ ਤੋਂ ਵਜ੍ਹਾ ਤੋਂ ਹੋ ਸਕਦਾ ਹੈ। ਜਾਨਵਰ ਫਰਬਾ ਨਹੀਂ ਹੋ ਸਕਦਾ। ਹਰ ਵੇਲੇ ਜਾਨਵਰ ਨੂੰ ਇਹ ਪਰੇਸ਼ਾਨ ਕਰਨ ਵਾਲੀ ਇੱਕ ਚੀਜ਼ ਹੈ। ਇਹਦੇ ਮੁਖਤਲਿਫ ਕਿਸਮ ਦੇ ਇਲਾਜ ਨੇ। ਕੁਛ ਮੈਡੀਕਲ ਇਲਾਜ ਇਹਦੇ ਇਹ ਹੈਗੇ ਨੇ ਕਿ ਇਹਦੇ ਕੋਈ ਪਾਊਡਰ ਵਗੈਰਾ ਮਿਲਦਾ ਨੇ, ਉਹ ਜਿਸਮ ਦੇ ਉੱਪਰ ਮਲਣਾ ਹੁੰਦਾ ਪਾਣੀ 'ਚ ਮਿਲਾ ਕੇ। ਕੁਛ ਇਹਦੇ ਜਿਲਦ ਦੇ ਅੰਦਰ ਟੀਕੇ ਲਾਏ ਜਾਂਦੇ ਨੇ, ਜਿਸ ਤਰ੍ਹਾਂ ਕਿ ਐਬਾਮੈਕ ਹੋ ਗਿਆ, ਪਰੋਮੈਕਟਿਨ ਹੋ ਗਿਆ, ਐਵਰਮੈਕਸ ਹੋ ਗਿਆ। ਇਹ ਟੀਕੇ ਸਾਰੇ ਜਿਹੜੇ ਨੇ ਇਹਦਾ ਬਹੁਤ ਅੱਛਾ ਇਲਾਜ ਹੈ, ਲੇਕਿਨ ਇਹ ਸਾਰਾ ਇਲਾਜ ਜਿਹੜਾ ਇਹਦਾ ਆਰਜ਼ੀ ਇਲਾਜ ਹੈ। ਜੋ ਮੇਰੀ ਤਹਿਕੀਕ ਹੈ, ਜੋ ਮੇਰੀ ਸਟੱਡੀ ਹੈ, ਅਸੀਂ ਸਾਰੇ ਦੋਸਤ ਇਸ ਚੀਜ਼ ਨਾਲ ਵਾਕਿਫ ਹਾਂ ਕਿ ਅਸੀਂ ਆਪਣੇ ਡੰਗਰਾਂ ਦੇ ਥੱਲੇ ਜ਼ਿਆਦਾਤਰ ਇੱਟਾਂ ਲਾਈਆਂ ਹੁੰਦੀਆਂ ਨੇ। ਇੱਟਾਂ ਦੇ ਥੱਲੇ ਬੇਸਿਕਲੀ ਇਸ ਚਿਚੜਾਂ ਨੇ ਆਪਣੀ ਇੱਕ ਰਿਹਾਇਸ਼ਗਾਹ ਬਣਾਈ ਹੁੰਦੀ ਹੈ। ਅਸੀਂ ਜਾਨਵਰ ਦੇ ਜਿਸਮ ਦੇ ਨਾਲ ਲੱਗੇ ਹੋਏ ਚਿਚੜਾਂ ਦਾ ਤਾਂ ਇਲਾਜ ਕਰ ਲੈਂਦੇ ਹਾਂ। ਪਾਣੀ 'ਚ ਪਾ ਕੇ ਪਾਊਡਰ ਉਹਨਾਂ ਨੂੰ ਮਲ ਲੈਂਦੇ ਹਾਂ, ਉਹਨਾਂ ਨੂੰ ਜਿਲਦ ਦੇ ਜ਼ੇਰੇ ਉਹਦੇ ਟੀਕੇ ਲਗਾ ਲੈਂਦੇ ਹਾਂ। ਉਹਦੇ ਨਾਲ ਉਹ ਚਿਚੜ ਜਿਹੜੇ ਜਾਨਵਰ ਦੇ ਜਿਸਮ ਦੇ ਨਾਲ ਲੱਗੇ ਹੁੰਦੇ ਨੇ ਉਹ ਮਰ ਜਾਂਦੇ ਨੇ। ਅਸੀਂ ਸਮਝਦੇ ਹਾਂ ਕਿ ਅਸੀਂ ਚਿਚੜਾਂ ਤੋਂ ਜਾਨ ਛੁਡਾ ਲਈਏ, ਲੇਕਿਨ ਇਹ ਮਸਲੇ ਦਾ ਹੱਲ ਨਹੀਂ। ਜਦੋਂ ਜਾਨਵਰ ਦੁਬਾਰਾ ਉਸ ਜਗ੍ਹਾ 'ਤੇ ਬੈਠਦਾ ਹੈ ਜਿਸ ਜਗ੍ਹਾ 'ਤੇ ਅਸੀਂ ਇੱਟਾਂ ਲਾਈਆਂ ਹੁੰਦੀਆਂ ਨੇ, ਜਾਨਵਰ ਜਿਹੜੇ ਚਿਚੜ ਦੁਬਾਰਾ ਇੱਟਾਂ ਦੇ ਵਿੱਚੋਂ ਨਿਕਲ ਕੇ ਜਾਨਵਰ ਦੇ ਜਿਸਮ ਨਾਲ ਲੱਗ ਜਾਂਦੇ ਨੇ। ਲਿਹਾਜ਼ਾ ਮੇਰੀ ਤੁਹਾਡੇ ਦੋਸਤਾਂ ਦੇ ਅੱਗੇ ਇਹੀ ਅਰਜ਼ ਹੈ, ਇਹੀ ਗੁਜ਼ਾਰਿਸ਼ ਹੈ, ਇਹੀ ਮੈਂ ਤੁਹਾਡੀ ਰਹਿਨਮਾਈ ਕਰ ਸਕਦਾ। ਇਹਦਾ ਕੋਈ ਮੁਸ਼ਕਿਲ ਸੱਦੇਭਾਵ ਕਰਨਾ ਚਾਹੀਦਾ ਸਾਨੂੰ। ਉਹਦੇ ਵਾਸਤੇ ਬਾਜ਼ਾਰ ਦੇ ਵਿੱਚ ਜਿਹੜੇ ਜ਼ਰੀ ਹੁੰਦੇ ਨੇ, ਦਵਾਈਆਂ ਦੇ ਸਟੋਰ ਹੁੰਦੇ ਨੇ, ਜਿੱਥੋਂ ਫਸਲਾਂ ਦੀਆਂ ਦਵਾਈਆਂ ਮਿਲਦੀਆਂ ਨੇ, ਉਸ ਤੋਂ ਬਾਅਦ ਜ਼ਹਿਰ ਮਿਲਦੇ ਨੇ ਜਿਹੜੇ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਨੇ। ਮੱਛਰ ਵਾਸਤੇ, ਮਲੇਰੀਆ ਡੇਂਗੀ ਵਾਸਤੇ, ਅਸੀਂ ਮੱਕੜੀ ਮੁੱਕੜੀ ਵਾਸਤੇ ਅਸੀਂ ਯੂਜ਼ ਕਰਦੇ ਨੇ। ਉਹ ਪਾਊਡਰ ਲੈਣਾ ਤੁਸੀਂ। ਜਿਸ ਤਰ੍ਹਾਂ ਕਿ ਇੱਕ ਪ੍ਰੋਡਕਟ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਾਂ। ਰੈਜ਼ੀਕਮ ਦੇ ਨਾਮ ਤੋਂ ਇੱਕ ਪ੍ਰੋਡਕਟ ਹੈ। ਮਾਰਕੀਟ ਦੇ ਵਿੱਚ ਜਿੰਨੀਆਂ ਵੀ ਜ਼ਰੀ ਅਦਵੀਆਤ ਦੀਆਂ ਸ਼ਾਪਾਂ ਨੇ, ਉੱਥੋਂ ਮਿਲ ਜਾਏਗਾ। ਤੁਸੀਂ ਉਹ ਇੱਕ ਪੈਕਟ ਲੈਣਾ। ਜਿਹੜੀ ਸਪਰੇਅ ਕਰਨ ਵਾਲੀ ਟੈਂਕੀ ਹੁੰਦੀ ਉਹਦੇ ਵਿੱਚ ਪਾ ਕੇ ਉਹਨੂੰ ਤਕਰੀਬਨ ਤੁਸੀਂ ਹਾਫ ਫਿਲ ਕਰ ਲੈਣਾ। ਜਿਹੜੀ ਜਗ੍ਹਾ 'ਤੇ ਤੁਸੀਂ ਜਾਨਵਰ ਬੰਨ੍ਹਦੇ ਇੱਟਾਂ ਵਾਲੀ ਜਗ੍ਹਾ 'ਤੇ ਉਹਨੂੰ ਅੱਛੀ ਤਰ੍ਹਾਂ ਗੋਬਰ ਦੀ ਸਫਾਈ ਕਰਕੇ ਅੱਛੀ ਤਰ੍ਹਾਂ ਉਹ ਸਾਰੇ ਦੇ ਉੱਪਰ ਤੁਸੀਂ ਸਪਰੇਅ ਕਰਕੇ ਉਹ ਇਲਾਕੇ ਨੂੰ ਸਾਰੇ ਨੂੰ ਤੁਸੀਂ ਤਰ ਕਰ ਦੇਣਾ ਹੈ। ਔਰ ਜਾਨਵਰ ਪਿੱਛੇ ਹਟਾ ਕੇ ਬੰਨ੍ਹਣ ਤੋਂ ਬਾਅਦ ਇਹ ਸਾਰਾ ਕੰਮ ਕਰਨਾ ਹੈ। ਔਰ ਤਕਰੀਬਨ ਕੋਸ਼ਿਸ਼ ਕਰਨੀ ਹੈ ਕਿ ਸਪਰੇਅ ਉਸ ਦਿਨ ਕੀਤੀ ਜਾਵੇ ਜਿਸ ਦਿਨ ਮਤਲਾ ਸਾਫ਼ ਹੋਵੇ, ਧੁੱਪ ਲੱਗੇ, ਤਾਂ ਕਿ ਸਪਰੇਅ ਆਪਣਾ ਪੂਰਾ ਅਸਰ ਕਰ ਸਕੇ। ਜਦੋਂ ਤੁਸੀਂ ਇਹ ਕੰਮ ਕਰੋਗੇ, ਇਨਸ਼ਾਅੱਲਾ ਸ਼ਾਮ ਨੂੰ ਤੁਸੀਂ ਜਦੋਂ ਦੁਬਾਰਾ ਆਪਣੇ ਮਾਲ ਡੰਗਰ ਬੰਨ੍ਹਣ ਤੋਂ ਪਹਿਲੇ ਇੱਟਾਂ ਦਾ ਅਬਜ਼ਰਵ ਕਰਨਾ, ਉਹਨਾਂ ਨੂੰ ਮੁਸ਼ਾਹਿਦਾ ਕਰਨਾ, ਤੁਸੀਂ ਦੇਖੋਗੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜਿੰਨੇ ਵੀ ਚਿਚੜ ਇੱਟਾਂ ਦੇ ਥੱਲੇ ਹੋਣਗੇ, ਸਾਰੇ ਉੱਪਰ ਇੱਟਾਂ ਦੇ ਮਰੇ ਪਏ ਹੋਣਗੇ। ਇਹ ਇੱਕ ਮੁਸ਼ਕਿਲ ਸੱਦੇਬਾਬ ਜਿਹਦੀ ਤੋਂ ਤੁਸੀਂ 3-4 ਮਹੀਨੇ ਵਾਸਤੇ ਚਿਚੜਾਂ ਤੋਂ ਇੱਕ ਮੁਕੰਮਲ ਤੌਰ 'ਤੇ ਜਾਨ ਛੁਡਾ ਸਕਦੇ ਹੋ। ਇਹਦਾ ਇੱਕ ਇਹ ਵੀ ਫਾਇਦਾ ਹੈ ਕਿ ਜਿਹੜੇ ਚਿਚੜ ਜਾਨਵਰ ਦੇ ਜਿਸਮ ਨਾਲ ਵੀ ਲੱਗੇ ਹੋਣਗੇ, ਜਦੋਂ ਸ਼ਾਮ ਨੂੰ ਆ ਕੇ ਜਾਨਵਰ ਉਹਨਾਂ ਇੱਟਾਂ ਦੇ ਉੱਤੇ ਬੈਠਣਗੇ, ਉਹ ਜਿਸਮ ਦੇ ਨਾਲ ਲੱਗੇ ਹੋਏ ਚਿਚੜ ਵੀ ਮਰ ਜਾਣਗੇ। ਉਮੀਦ ਹੈ ਕਿ ਤੁਸੀਂ ਇਸ ਤਰੀਕੇ 'ਤੇ ਅਮਲ ਕਰਕੇ ਕਾਫੀ ਹੱਦ ਤੱਕ ਈਵਨ ਕਿ ਮੁਕੰਮਲ ਤੌਰ 'ਤੇ ਤੁਸੀਂ ਚਿਚੜਾਂ ਤੋਂ ਜਾਨ ਛੁਡਾ ਸਕਦੇ ਹੋ। ਮੈਂ ਨੁਸਖਾ ਦੁਬਾਰਾ ਬਤਾ ਦਿੰਦਾ ਤੁਹਾਨੂੰ। ਰੈਜ਼ੀਕਮ ਸਪਰੇਅ ਜ਼ਰੀ ਅਦਵੀਆਤ ਵਾਲੀਆਂ ਮੈਡੀਕਲ ਜਿਹੜੇ ਹੁੰਦੇ ਨੇ ਸਟੋਰ, ਉੱਥੋਂ ਮਿਲਣੇ ਨੇ। ਜ਼ਰੀ ਅਦਵੀਆਤ ਅਤੇ ਫਸਲਾਂ ਦੀਆਂ ਸਪਰੇਵਾਂ ਮਿਲਦੀਆਂ ਨੇ। ਤੁਸੀਂ ਇੱਕ ਪੈਕਟ ਲੈਣਾ, ਉਹਨੂੰ ਹਾਫ ਟੈਂਕੀ ਪਾਣੀ ਦੀ ਭਰ ਕੇ ਉਹਦੇ 'ਚ ਪਾ ਕੇ ਅੱਛੀ ਤਰ੍ਹਾਂ ਇੱਟਾਂ ਦੇ ਉੱਤੇ ਕਰ ਦੇਣਾ, ਸਪਰੇਅ ਕਰ ਦੇਣੀ ਹੈ। ਲੇਕਿਨ ਇੱਟਾਂ ਦੀ ਸਫਾਈ ਜ਼ਰੂਰ ਕਰਨੀ ਹੈ। ਅੱਛੀ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਸਪਰੇਅ ਕਰਨੀ ਹੈ ਤੁਸੀਂ। ਉਮੀਦ ਹੈ ਇਹ ਸਭ ਕੁਛ ਕਰਨ ਤੋਂ ਬਾਅਦ ਤੁਹਾਨੂੰ ਇੱਕ ਅੱਛਾ ਰਿਜ਼ਲਟ ਮਿਲੇਗਾ। ਨੇਕ ਦੁਆਵਾਂ ਦੇ ਨਾਲ, ਨੇਕ ਨੀਅਤਾਂ ਦੇ ਨਾਲ ਇਨਸ਼ਾਅੱਲਾ ਸਾਰਿਆਂ ਦੇ ਵਾਸਤੇ ਦੁਆ ਹੈ ਕਿ ਸਾਰੇ ਤੁਸੀਂ ਹੱਸਦੇ ਵਸਦੇ ਰਹੋ। ਤੁਹਾਡੇ ਸਾਰਿਆਂ ਦਾ ਮਾਲ ਡੰਗਰ ਦੇ ਉੱਤੇ ਅੱਲਾ ਆਪਣੀ ਖੈਰ ਕਰੇ, ਆਪਣੀ ਬਰਕਤ ਪਾਵੇ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ। ਅੱਲਾ ਹਾਫਿਜ਼।